चलो मैं कर देता भी। चंगा। वाहिगुरु जी का खालसा, वाहिगुरु जी की फतेह। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। वाहिगुरु 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 वाहिगुरु। परम सम्मानयोग ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਗੁਰਸਿੱਖ ਵੀਰ ਭੈਣ, ਆਪ ਸਾਰਿਆਂ ਨੂੰ ਜੀ ਆਇਆਂ। ਓਂਕਾਰ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। 33 ਪੌੜੀਆਂ ਦੀ ਵਿਚਾਰ ਅਸੀਂ ਕੰਪਲੀਟ ਕਰ ਚੁੱਕੇ ਹਾਂ। ਕੱਲ ਜੋ 33ਵੀਂ ਪੌੜੀ ਦੀ ਵਿਚਾਰ ਸੀ, ਗੁਰੂ ਮਹਾਰਾਜ ਸਤਿਗੁਰੂ ਜੀ ਨੇ ਉਹਦੇ ਸਮਝਾਇਆ ਵੀ ਇਹ ਪਾਂਡੇ, ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ ਔਰ ਗੁਰੂ ਦੀ ਸ਼ਰਨ ਵਿੱਚ ਪੈ। ਗੁਰੂ ਦਾ ਸਿੱਖਿਆ ਲੈ ਕੇ, ਗੁਰੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਵੀ ਸਵਾਰ ਤੇ ਆਪਣੇ ਚਾਟੜਿਆਂ ਨੂੰ ਵੀ ਇਹੋ ਸਿੱਖਿਆ ਦੇ। ਪੱਥਰ ਦੀਆਂ ਮੂਰਤੀਆਂ ਵਿੱਚੋਂ ਕਰਤਾਰ ਦਾ ਦੀਦਾਰ ਨਹੀਂ ਹੁੰਦਾ। ਇਹਨਾਂ ਦੀ ਪੂਜਾ ਕਰਕੇ, ਇਹਨਾਂ ਦੀ ਨਾਮ ਪੱਟੀਆਂ ਤੇ ਲਿਖ ਕੇ, ਜਿੱਥੇ ਤੂੰ ਆਪਣੇ ਜੀਵਨ ਨੂੰ ਖਰਾਬ ਕਰ ਰਿਹਾ ਹੈ, ਉੱਥੇ ਆਪਣੇ ਚਾਟੜਿਆਂ ਨੂੰ ਵੀ ਇਸ ਹੋਛੀ ਮੱਤ ਦੇ ਰਿਹਾ ਹੈ। ਇਹ ਪਾਂਡੇ, ਇਹ ਮਨੁੱਖ ਦਾ ਸਰੀਰ ਇੱਕ ਰੁੱਖ ਦੇ ਸਮਾਨ ਹੈ ਤੇ ਰੁੱਖ ਉੱਤੇ ਮਨ ਪੰਛੀ ਤੇ ਉਹਦੇ 5 ਗਿਆਨ ਇੰਦਰੇ ਬੈਠੇ ਹੋਏ ਹਨ। ਜਿਨ੍ਹਾਂ ਮਨੁੱਖਾਂ ਨੇ ਇਸ ਪੰਛੀ ਨਾਲ ਮਿਲ ਕੇ ਨਾਮ ਰੂਪੀ ਫਲ ਖਾਧਾ ਹੈ, ਉਹਨਾਂ ਨੂੰ ਮਾਇਆ ਦੀ ਫਾਹੀ ਨਹੀਂ ਪੈਂਦੀ। ਪਰ ਜੋ ਇਹ ਨਾਮ ਦਾ ਫਲ ਛੱਡ ਕੇ ਹੋਰ ਉਡਾਰੀਆਂ ਮਾਰਦੇ ਹਨ, ਕਾਲੀ ਕਾਲੀ ਉਡਦੇ ਹਨ, ਬਹੁਤ ਦੁਨੀਆ ਦੇ ਪਦਾਰਥਾਂ ਦੇ ਚੋਗੇ ਚੁਗਦੇ ਹਨ, ਉਹਨਾਂ ਨੂੰ ਵੇਖਦੇ ਹਨ, ਇਕੱਠਾ ਕਰਦੇ ਹਨ, ਅਖੀਰ ਉਹਨਾਂ ਦੇ ਖੰਭ ਟੁੱਟ ਜਾਂਦੇ ਹਨ ਤੇ ਟੁੱਟੇ ਹੋਏ ਖੰਭਾਂ ਦੇ ਨਾਲ ਪੰਛੀ ਉਡਾਰੀ ਨਹੀਂ ਮਾਰ ਸਕਦਾ, ਫਿਰ ਜਾਲ ਵਿੱਚ ਹੀ ਫਸਿਆ ਰਹਿੰਦਾ ਹੈ। ਇਹ ਮਾਇਆ ਦਾ ਜਾਲ ਇੰਨਾ ਪੱਕਾ ਹੈ ਕਿ ਇਹਦੇ ਚੋਂ ਨਿਕਲਣਾ ਫਿਰ ਅਸੰਭਵ ਜਿਹਾ ਹੋ ਜਾਂਦਾ ਹੈ। ਉਹਨਾਂ ਨੂੰ ਮਾਇਆ ਦੀ ਫਾਹੀ ਗਲ ਦੇ ਵਿੱਚ ਪੱਕੀ ਪੈ ਜਾਂਦੀ ਹੈ ਤੇ ਇਹ ਚੋਗਾ ਚੁਗਣ ਦੇ ਬਦਲੇ ਵਿੱਚ ਉਹਨਾਂ ਦੇ ਉੱਤੇ ਇਹ ਹਮੇਸ਼ਾ ਦੀ ਵਿਪਤਾ ਜਿਹੜੀ ਹੈ, ਮੁਸੀਬਤ ਬਣੀ ਰਹਿੰਦੀ ਹੈ। ਇਸ ਫਾਹੀ ਤੋਂ ਬਚਣ ਦਾ ਇੱਕੋ ਇੱਕ ਢੰਗ ਹੈ, ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਣਾ। ਹੋਰ ਕੋਈ ਢੰਗ ਨਹੀਂ ਜਿਹਦੇ ਨਾਲ ਅਸੀਂ ਇਸ ਮਾਇਆ ਦੀ ਫਾਹੀ ਤੋਂ ਬਚ ਸਕੀਏ। ਇਹ ਪ੍ਰਭੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਕਿ ਉਹ ਸਭ ਤੋਂ ਵੱਡਾ ਮਾਲਕ ਹੈ, ਸਭ ਤੋਂ ਵੱਡਾ ਦਾਤਾ ਦਾਤਾਰ ਹੈ। ਉਹ ਆਪ ਹੀ ਜੀਵ ਨੂੰ ਇਸ ਮਾਰਗ ਤੇ ਤੋਰਦਾ ਹੈ, ਇਸ ਯੋਗ ਬਣਾਉਂਦਾ ਹੈ, ਇੰਨੀ ਤਾਕਤ ਬਖਸ਼ਦਾ ਹੈ ਕਿ ਉਹ ਮਾਇਆ ਦੀ ਫਾਹੀ ਤੋਂ ਬਚੇ। ਪਰ ਜੇ ਜੀਵ ਉਸ ਗੁਰੂ ਦੀ ਸ਼ਰਨ ਪੈ ਕੇ ਉਹਨੂੰ ਯਾਦ ਕਰੇ। ਦਾਤਾਂ ਸਭ ਨੂੰ ਦੇ ਰਿਹਾ ਹੈ, ਖਾਣ ਦੇ ਪਦਾਰਥ ਉਹ ਸਾਰਿਆਂ ਨੂੰ ਦੇਈ ਜਾਂਦਾ ਹੈ,
ਕੋਈ ਬੰਦਗੀ ਕਰੇ ਨਾ ਕਰੇ, ਇਸ ਗੱਲ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ। ਲੇਕਿਨ ਆਤਮਿਕ ਤਰੱਕੀ ਉਸੇ ਦੀ ਹੋਣੀ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਹਨ। ਦੁਨੀਆ ਦੇ ਸੁੱਖ ਆਰਾਮ ਦੀ ਬਾਤ ਨਹੀਂ ਹੈ। ਗੁਰੂ ਪਾਤਸ਼ਾਹ ਨੇ ਇੱਥੇ ਉੱਚੀਆਂ ਉਡਾਰੀਆਂ ਮਾਰਨ ਦੀ ਗੱਲ ਕੀਤੀ ਜੋ ਅਧਿਆਤਮਿਕ ਉਡਾਰੀਆਂ ਹਨ। ਜੇ ਗੋਪਾਲ ਆਪ ਮਿਹਰ ਕਰ ਦੇਵੇ ਤਾਂ ਫਿਰ ਸਤਿਗੁਰ ਦੀ ਕਿਰਪਾ ਨਾਲ ਇਸ ਪਾਹੀ ਦੇ ਵਿੱਚੋਂ ਨਿਕਲ ਸਕੀਦਾ ਹੈ, ਬਚ ਜਾਈਦਾ ਹੈ। ਗੁਣ ਗਾਉਂਦੀਆਂ ਬਖਸ਼ਾਂ ਮਾਲਕ ਆਪ ਕਿਰਪਾ ਕਰਕੇ ਜਿਸ ਨੂੰ ਜਿਹੜਾ ਉਹਦੀ ਸ਼ਰਨ ਵਿੱਚ ਪਾਉਂਦਾ ਹੈ, ਉਹਦੇ ਨਜ਼ਰ ਦੇ ਵਿੱਚ ਕਬੂਲ ਹੁੰਦਾ ਹੈ, ਉਹਨੂੰ ਇਹ ਬਖਸ਼ਾਂ ਦਿੰਦਾ ਹੈ। ਇੱਕ ਸੰਖੇਪ ਜਿਹਾ ਕੱਲ ਦੀ ਵੀ ਜੋ ਵਿਚਾਰ ਹੈ ਆਪਾਂ ਸਾਂਝੀ ਕੀਤੀ ਹੈ। ਅੱਜ 34ਵੀਂ ਪੌੜੀ ਹੈ ਜਿਹਦੀ ਵਿਚਾਰ ਅਸੀਂ ਕਰਾਂਗੇ। ਥਰ ਥਰ ਕੰਪੈ ਜਿਅੜਾ ਥਾਨ ਵਿਹੂਣਾ ਹੋਏ, ਥਾਨ ਮਾਨ ਸੱਚ ਏਕ ਹੈ, ਕਾਜ ਨਾ ਫੀਟੈ ਕੋਈ। ਥਿਰ ਨਾਰਾਇਣ ਥਿਰ ਗੁਰੂ, ਥਿਰ ਸਾਚਾ ਵਿਚਾਰ, ਸੁਰ ਨਰ ਨਾਥ ਨਾਥ ਤੂੰ, ਨੇ ਧਾਰਾਂ ਆਧਾਰ। ਸਰਵੇ ਥਾਨ ਥਨੰਤਰੀ, ਤੂੰ ਦਾਤਾ ਦਾਤਾਰ। ਜਹ ਦੇਖਾ ਤਹ ਏਕ ਤੂੰ, ਅੰਤ ਨ ਪਾਰਾਵਾਰ। ਥਾਂ ਥਨੰਤਰ ਰਵ ਰਿਆ, ਗੁਰ ਸ਼ਬਦੀ ਵਿਚਾਰ। ਅਣ ਮੰਗਿਆ ਦਾਨ ਦੇਵ ਸੀ, ਵੱਡਾ ਅਗਮ ਅਪਾਰ। ਥਾਂ ਥਨੰਤਰ ਰਵ ਰਿਆ, ਗੁਰ ਸ਼ਬਦੀ ਵਿਚਾਰ। ਅਣ ਮੰਗਿਆ ਦਾਨ ਦੇਵ ਸੀ, ਵੱਡਾ ਅਗਮ ਅਪਾਰ। ਸਤਿਗੁਰੂ ਜੀ ਅੱਜ ਦੇ ਇਸ ਪਾਵਨ ਬਚਨ ਰਾਹੀਂ ਗੱਲ ਸਮਝਾ ਰਹੇ ਹਨ ਕਿ ਇਹ ਪਾਂਡੇ, ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਨਾ ਲਿਖਣ ਕਰਕੇ ਸੰਸਾਰ ਭਟਕ ਰਿਹਾ ਹੈ, ਦੁਨੀਆ ਭਟਕ ਰਹੀ ਹੈ। ਉਹਨਾਂ ਦਾ ਚਿੱਤ ਟਿਕਦਾ ਨਹੀਂ, ਇਹ ਮਾਇਆ ਦੀ ਭਟਕਣਾ ਖਤਮ ਨਹੀਂ ਹੁੰਦੀ। ਇਹ ਪਾਂਡੇ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖ। ਜਿਹੜੇ ਮਨੁੱਖ ਗੋਪਾਲ ਦਾ ਨਾਮ ਲਿਖਣਾ ਭੁੱਲ ਜਾਂਦੇ ਹਨ, ਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਗੁਰੂ ਤੋਂ ਮੂੰਹ ਮੋੜ ਲੈਂਦੇ ਹਨ, ਉਹ ਮਾਇਆ ਦੇ ਮੋਹ ਵਿੱਚ ਸਦਾ ਹੀ ਭਟਕਦੇ ਰਹਿੰਦੇ ਹਨ। ਉਹਨਾਂ ਦੇ ਅੰਦਰ ਭਟਕਣਾ ਬਣੀ ਰਹਿੰਦੀ ਹੈ। ਇਹ ਭਟਕਣਾ ਕਰਕੇ ਉਹਨਾਂ ਨੂੰ ਕਦੇ ਵੀ ਆਤਮਿਕ ਸੁੱਖ ਜਾਂ ਆਤਮਿਕ ਸ਼ਾਂਤੀ ਨਸੀਬ ਨਹੀਂ ਹੁੰਦੀ। ਉਹ ਪੰਖੀ ਜਿਹੜਾ ਉਡਾਰੀਆਂ ਮਾਰਦਾ ਹੈ ਪਦਾਰਥਾਂ ਦੀਆਂ, ਤੇ ਥਾਂ ਥਾਂ ਦੇ ਇੱਕ ਰੁੱਖ ਤੋਂ ਦੂਜੇ ਰੁੱਖ ਤੇ, ਦੂਜੇ ਰੁੱਖ ਤੋਂ ਤੀਜੇ ਰੁੱਖ ਤੇ ਲਾਲਚ ਵਸ ਹੋਇਆ ਹੋਇਆ ਇਸ ਫਾਹੀ ਨੂੰ ਆਪਣੇ ਗਲੇ ਵਿੱਚ ਪਾ ਲੈਂਦਾ ਹੈ। ਜਿਵੇਂ ਜਿਵੇਂ ਇਸ ਫਾਹੀ ਨੂੰ ਆਪਣੇ ਗਲੇ ਵਿੱਚ ਪਾਉਂਦਾ ਹੈ, ਇਹਦੀ ਗੰਢ ਹੋਰ ਪੱਕੀ ਹੁੰਦੀ ਜਾਂਦੀ ਹੈ। ਇਹ ਭਟਕਣਾ ਐਸੀ ਹੈ ਕਿ ਇਹਦੇ ਵਿੱਚੋਂ ਜੀਵਨ ਦਾ ਆਰਾਮ ਸੁੱਖ ਨਹੀਂ ਮਿਲਦਾ, ਭਾਵ ਆਤਮਿਕ ਸੁੱਖ ਨਹੀਂ ਮਿਲਦਾ। ਦੁਨੀਆ ਦੇ ਸੁੱਖਾਂ ਦਾ ਆਤਮਿਕ ਸੁੱਖਾਂ ਨਾਲ ਵਾਸਤਾ ਨਹੀਂ। ਜਿਹੜਾ ਮਨੁੱਖ ਆਤਮਿਕ ਤੌਰ ਤੇ ਰੱਜਿਆ ਹੋਇਆ ਹੈ, ਉਹ ਸੁੱਕੀ ਰੋਟੀ ਵਿੱਚ ਵੀ ਖੁਸ਼ ਹੈ।
ਤੇ ਜਿਹੜਾ ਇਨਸਾਨ ਆਤਮਿਕ ਤੌਰ ਤੇ ਖਾਲੀ ਸਖਣਾ ਹੈ, ਉਹ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਉਹਦੇ ਵਿੱਚ ਭਟਕਦਾ ਹੀ ਹੈ। ਉਹਨੂੰ ਕਦੀ ਵੀ ਚੈਨ ਨਹੀਂ ਆਉਂਦਾ। ਮਖਮਲੀ ਗਲੀਚਿਆਂ ਤੇ ਸੁੱਤੇ ਵੀ ਉਹਨੂੰ ਨੀਂਦ ਨਹੀਂ ਆਉਂਦੀ। ਲੰਮਾ ਪੈਂਦਾ ਪਰ ਨੀਂਦ ਨਹੀਂ ਆਉਂਦੀ, ਕਿਉਂਕਿ ਅੰਦਰ ਭਟਕਣਾ ਹੈ। ਔਰ ਜਿਹੜਾ ਅੰਦਰੋਂ ਸ਼ਾਂਤ ਹੈ, ਉਹ ਪਾਟੀ ਹੋਈ ਗੋਦੜੀ ਲੈ ਕੇ ਵੀ ਗੁਜ਼ਾਰਾ ਕਰ ਲੈਂਦਾ ਹੈ। ਜਿਹੜਾ ਅੰਦਰੋਂ ਸ਼ਾਂਤ ਹੈ, ਕਿਉਂਕਿ ਉਹਨੂੰ ਇਹ ਪਤਾ ਹੈ ਇਹ ਕਰਤੇ ਦੀਆਂ ਦਾਤਾਂ ਹਨ, ਕਰਤੇ ਦੀਆਂ ਬਾਤਾਂ ਹਨ, ਜੋ ਕਰਤਾ ਕਰ ਰਿਹਾ ਹੈ ਉਹ ਪ੍ਰਵਾਨ ਹੈ। ਉਹ ਗੱਲ ਤੇ ਭਰੋਸਾ ਰੱਖਦਾ, ਕਹੋ ਨਾਨਕ ਕਰਤੇ ਦੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਉਹਦਾ ਭਰੋਸਾ ਇਹਦੇ ਉੱਤੇ ਹੈ। ਤੋ ਸਾਹਿਬ ਜੀ ਕਹਿੰਦੇ ਥਰ ਥਰ। ਥਰ ਥਰ ਦਾ ਅਰਥ ਹੁੰਦਾ ਹੈ, ਅਸੀਂ ਕਹਿੰਦੇ ਕੰਬਣਾ। ਕੰਪੇ ਦਾ ਅਰਥ ਹੁੰਦਾ ਕੰਬਣਾ। ਅਸੀਂ ਕਹਿੰਦੇ ਠਰੂ ਠਰੂ ਕਰਦਾ ਹੈ ਸਰਦੀਆਂ ਜਦੋਂ ਲੱਗਦੀਆਂ ਨੇ। ਥਰ ਥਰ ਹਰ ਵੇਲੇ ਹੀ। ਕੰਪੇ ਦਾ ਅਰਥ ਕੰਬੀ ਜਾਣਾ। ਕੌਣ ਕਰਦਾ ਹੈ? ਕਿਸ ਤਰ੍ਹਾਂ? ਜਿਹੜਾ ਨਿੱਕੀ ਜਿਹੀ ਜਮਾਣੀ ਦੀ ਜਿੰਦ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਜੀਗੜਾ ਦਾ ਅਰਥ ਕਰਨ ਲੱਗਿਆਂ ਨਾਲ ਇੱਕ ਵਿਆਕਰਣ ਦਾ ਨਿਯਮ ਦੱਸਿਆ। ਕਹਿੰਦੇ ਨੇ ਇਹ ਅਲਪਾਰਥਿਕ ਨਾਉਨ ਹੈ, ਨਾਮ ਹੈ। ਜਦੋਂ ਕਿਸੇ ਚੀਜ਼ ਨੂੰ ਛੋਟਾ ਕਰਨਾ ਹੋਵੇ, ਅਲਪ ਦਾ ਹੁੰਦਾ ਛੋਟਾ, ਥੋੜਾ, ਤਾਂ ਉਹਦੇ ਨਾਲ ਇਹ ਇਸ ਤਰ੍ਹਾਂ ਉਹਦਾ ਉਚਾਰਨ ਹੋ ਜਾਂਦਾ ਹੈ। ਜੀਵ ਤੋਂ ਜੀੜਾ ਬਣਿਆ, ਜੀ ਤੋਂ ਜੀੜਾ ਲਫ਼ਜ਼ ਬਣ ਗਿਆ। ਜਿਵੇਂ ਗੁਰਸਿੱਖ ਤੋਂ ਗੁਰਸਿੱਖੜਾ, ਭਾਵ ਨਿਮਾਣਾ ਜਿਹਾ ਸਿੱਖ। ਨੱਡਾ ਤੋਂ ਨੱਡੜਾ, ਛੋਟਾ ਜਿਹਾ ਬਾਲ, ਬਾਲ ਸੁਭਾਅ ਵਾਲਾ। ਜੇ ਜਾਣਾ ਸ਼ਹ ਨੱਡੜਾ, ਥੋੜਾ ਮਾਨ ਕਰੀ। ਜੇ ਨੱਡੜਾ ਤਾਂ ਬਹੁਤ ਛੋਟੇ ਸੁਭਾਅ, ਜਿਵੇਂ ਬਾਲ ਦੇ ਅੰਦਰ ਕੋਈ ਵਿਤਕਰੇ ਨਹੀਂ ਹੁੰਦੇ, ਬੱਚੇ ਦੇ ਮਨ ਵਿੱਚ ਕਦੀ ਕਿਸੇ ਨਾਲ ਟੋਏ ਟਿੱਬਿਆਂ ਦੀ ਗੱਲ ਨਹੀਂ ਹੁੰਦੀ। ਤੇ ਜੇ ਕਹਿੰਦੇ ਜੇ ਮੈਨੂੰ ਪਤਾ ਹੋਵੇ ਕਿ ਮੇਰਾ ਮਾਲਕ, ਮੇਰਾ ਪਰਮੇਸ਼ਰ ਇਸ ਬਾਲ ਸੁਭਾਅ ਨੂੰ ਪਿਆਰ ਕਰਦਾ ਹੈ, ਭਾਵ ਭੋਲੇਪਨ ਨੂੰ ਪਿਆਰ ਕਰਦਾ ਹੈ, ਤਾਂ ਮੈਂ ਕਦੀ ਵੀ ਆਪਣੇ ਆਪ ਨੂੰ ਵੱਡਾ ਕਰਕੇ ਨਾ ਦੱਸਦਾ। ਸ਼ੇਖ ਫਰੀਦ ਜੀ ਦਾ ਸ਼ਲੋਕ ਆਉਂਦਾ ਹੈ। ਇਹ ਨੱਡੜਾ, ਗੁਰਸਿੱਖੜਾ, ਜੀੜਾ, ਜੀੜਾ ਅਗਨ, ਜਦੋਂ ਅਸੀਂ ਲਫ਼ਜ਼ ਆਮ ਵੀ ਪੜ੍ਹਦੇ ਹਾਂ ਵੀ ਉੱਥੇ ਵੀ ਜੀੜਾ ਮਤਲਬ ਛੋਟਾ ਜਿਹੀ ਜਿੰਦ, ਨਿਮਾਣੀ ਦੀ ਜਿੰਦ, ਜਿਹਦਾ ਕੋਈ ਆਸਰਾ ਨਹੀਂ ਹੈ। ਤਾਂ ਸਾਹਿਬ ਜੀ ਕਹਿੰਦੇ ਨੇ ਥਰ ਥਰ ਕੰਪੈ ਜੀੜਾ। ਕੌਣ? ਕਿਹੜਾ? ਥਾਨ ਵੀ ਹੋਣਾ ਹੋਏ। ਥਾਨ ਦਾ ਅਰਥ ਹੁੰਦਾ ਟਿਕਾਣਾ, ਤੇ ਵੀ ਹੋਣਾ ਦਾ ਅਰਥ ਹੁੰਦਾ ਖਾਲੀ ਸਖਣਾ, ਤੇ ਜਿਹਦਾ ਕੋਈ ਆਸਰਾ ਹੀ ਨਹੀਂ, ਜਿਹਦਾ ਕੋਈ ਟਿਕਾਣਾ ਨਹੀਂ, ਭਾਵ ਜਿਹੜਾ ਗੁਰੂ ਦੇ ਨਾਲ ਮੁਹੱਬਤ ਨਹੀਂ ਕਰਦਾ, ਪ੍ਰੇਮ ਨਹੀਂ ਪਾਉਂਦਾ, ਜਿਹੜਾ ਪ੍ਰਭੂ ਦੇ ਨਾਮ ਤੋਂ ਸਖਣਾ ਹੈ। ਤੋ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਤੋਂ ਬੇਮੁਖ ਹਨ, ਗੁਰੂ ਤੋਂ ਮੂੰਹ ਮੋੜੀ ਰੱਖਦੇ ਹਨ, ਇਹ ਪਾਂਡੇ, ਉਹ ਮਨੁੱਖ ਮਾਇਆ ਦੇ ਮੋਹ ਵਿੱਚ ਸਦਾ ਹੀ ਭਟਕਦੇ ਨੇ। ਮਾਇਆ ਦੀ ਫਾਹੀ ਉਹਨਾਂ ਦੇ ਗਲ 'ਚ ਸਦਾ ਹੀ ਪਈ ਰਹਿੰਦੀ ਹੈ। ਇਸ ਭਟਕਣਾ ਕਰਕੇ ਉਹਨਾਂ ਨੂੰ ਕਦੀ ਆਤਮਿਕ ਸ਼ਾਂਤੀ ਨਹੀਂ ਮਿਲਦੀ। ਉਹ ਤਾਂ ਹਮੇਸ਼ਾ ਡਰ ਡਰ ਕੇ, ਕੰਬ ਕੇ ਆਪਣਾ ਜੀਵਨ ਜਿਉਂਦੇ ਹਨ। ਭਾਵ ਅੰਦਰੋਂ ਚਿੰਤਾ। ਜਦੋਂ ਅੰਦਰ ਚਿੰਤਾ ਹੁੰਦੀ ਹੈ ਨਾ, ਉਦੋਂ ਇਨਸਾਨ ਅੰਦਰੋਂ ਕੰਬਦਾ ਹੈ। ਇਹ ਚਿੰਤਾ ਦੀ ਜ਼ਿੰਦਗੀ ਹੈ। ਤਾਂ ਹੀ ਕਹਿੰਦੇ ਚਿੰਤਾ ਚਿਖਾ ਬਰਾਬਰ। ਇਹ ਕਹਾਵਤ ਹੈ, ਚਿੰਤਾ ਚਿਖਾ ਬਰਾਬਰ ਹੈ, ਜਿਉਂਦੇ ਨੂੰ ਮਾਰੀ ਰੱਖਦੀ ਹੈ। ਡਰ ਅੰਦਰ ਬਣਿਆ ਰਹਿੰਦਾ ਹੈ। ਪਰ ਜਿਨ੍ਹਾਂ ਦੇ ਅੰਦਰ ਕਰਤਾਰ ਨਾਲ ਪ੍ਰੀਤ ਹੈ, ਉਹਨਾਂ ਅੰਦਰ ਕੋਈ ਡਰ ਨਹੀਂ। ਕਿਉਂਕਿ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਤੇ ਗੁਰੂ ਸਾਹਿਬ ਕਹਿੰਦੇ ਡਰ ਡਰ ਮਰਤੇ ਜਬ ਜਾਨੀਏ ਦੂਰ। ਉਨੀ ਦੇਰ ਦਾ ਡਰ ਹੈ, ਉਨੀ ਦੇਰ ਕੰਬਣਾ ਹੈ, ਉਨੀ ਦੇਰ ਇਹ ਭਉ ਹੈ, ਸੰਸਾਰ ਦੀ ਮਾਇਆ ਦੀ ਪਕੜ ਹੈ, ਜਿੰਨੀ ਦੇਰ ਤੱਕ ਥਾਨ ਵੀ ਹੋਣੇ ਹਾਂ, ਭਾਵ ਟਿਕਾਣਾ ਨਹੀਂ ਮਿਲਿਆ। ਸਖਣੇ ਹਾਂ। ਜਿਹੜੀ ਜਿੰਦ ਗੋਪਾਲ ਦਾ ਆਸਰਾ ਗਵਾ ਲੈਂਦੀ ਹੈ, ਜਿਹੜੀ ਜਿੰਦ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਨਹੀਂ ਲਿਖਦੀ। ਇਹ ਪਾਂਡੇ, ਜਿਹੜੀ ਜਿੰਦ, ਜਦੋਂ ਇਹ ਨਿਮਾਣੀ ਦੀ ਜਿੰਦ, ਨਿਮਾਣਾ ਜਿਹਾ ਜੀ ਗੋਪਾਲ ਦਾ ਆਸਰਾ ਗਵਾ ਲੈਂਦਾ ਹੈ, ਤਾਂ ਫਿਰ ਥਰ ਥਰ ਕੰਬਦਾ ਹੈ।
ਭਾਵ ਹਰ ਵੇਲੇ ਸਹਿਮਿਆ ਰਹਿੰਦਾ ਹੈ, ਹਰ ਵੇਲੇ ਡਰ ਇਹਨਾਂ ਨੂੰ ਬੰਦਾ ਰਹਿੰਦਾ ਹੈ। ਇਹੋ ਜਿਹੇ ਮਨੁੱਖ ਨੂੰ ਨਾ ਧਰਤੀ ਚੱਲਦੀ ਹੈ ਤੇ ਨਾ ਹੀ ਆਕਾਸ਼ ਚੱਲਦਾ ਹੈ। ਭਾਵ ਕੋਈ ਉਹਦਾ ਆਸਰਾ ਨਹੀਂ ਹੁੰਦਾ, ਨਾ ਧਰਤੀ ਵਿੱਚ ਨਾ ਆਕਾਸ਼ ਵਿੱਚ। ਸਾਰੀ ਸ੍ਰਿਸ਼ਟੀ ਵਿੱਚ ਕੋਈ ਵੀ ਤਾਕਤ ਉਹਨੂੰ ਆਤਮਿਕ ਠੰਡ ਨਹੀਂ ਵਰਤਾ ਸਕਦੀ, ਆਤਮਿਕ ਸ਼ਾਂਤੀ ਨਹੀਂ ਦੇ ਸਕਦੀ। ਇਹੋ ਜਿਹੇ ਜਿਹੜੇ ਜੀੜੇ ਹਨ ਉਹ ਤਾਂ ਮਾਇਆ ਦੇ ਮੋਹ ਦੇ ਗੰਧ ਵਿੱਚ ਪਏ ਹੋਏ ਸਦਾ ਹੀ ਆਪਣੇ ਆਤਮਿਕ ਜੀਵਨ ਨੂੰ ਸਾੜਦੇ ਰਹਿੰਦੇ ਹਨ, ਆਪਣੇ ਆਤਮਿਕ ਜੀਵਨ ਨੂੰ ਸੁਆਹ ਕਰਦੇ ਰਹਿੰਦੇ ਹਨ। ਇਹ ਜਗਤ ਦੀ ਮਾਇਆ ਨੇ ਇਸ ਜਗਤ ਨੂੰ ਆਪਣੇ ਮੋਹ ਦੀ ਭਟਕਣਾ ਵਿੱਚ ਪਾ ਕੇ ਮੋਹ ਦੀ ਐਸੀ ਠੱਗ ਬੂਟੀ ਖਵਾ ਦਿੱਤੀ ਹੈ ਕਿ ਜੀਵਨ ਦੀ ਰਾਹ ਤੇ ਹੋਏ ਮਨੁੱਖ ਜਿਹੜਾ ਹੈ, ਇਹ ਜੀਵਨ ਰਾਹ ਤੇ ਤੁਰਿਆ ਹੋਇਆ ਵੀ ਹਰ ਵੇਲੇ ਡਰਦਾ ਹੀ ਰਹਿੰਦਾ ਹੈ, ਹਰ ਵੇਲੇ ਸਹਿਮਿਆ ਰਹਿੰਦਾ ਹੈ। ਜੀਵਨ ਦੇ ਡਰ ਰਾਹ ਤੇ ਤੁਰਦਾ ਹੋਇਆ, ਜੀਵਨ ਮਾਰਗ ਤੇ ਪੂਰਾ ਕਰਦਾ ਹੋਇਆ ਵੀ ਦਿਨ ਕੱਟੀ ਕਰਦਾ, ਦਿਨ ਕੱਟੀ ਕਰਦਾ। ਕਹਿੰਦੇ ਅਸੀਂ ਤਾਂ ਕੱਟਣ ਆਏ ਹਾਂ। ਕੱਟਣ ਕਿਉਂ ਆਏ? ਜ਼ਿੰਦਗੀ ਜੀਣ ਆਏ ਹਾਂ। ਕੱਟਦੇ ਕੌਣ ਨੇ? ਜਿਨ੍ਹਾਂ ਨੂੰ ਆਸਰਾ ਨਹੀਂ ਮਿਲਿਆ। ਜਿਹੜੇ ਗੁਰੂ ਦੇ ਹੋ ਗਏ, ਗੁਰੂ ਉਹਨਾਂ ਦਾ ਹੋ ਗਿਆ। ਜਿਹੜੇ ਗੁਰੂ ਵਾਲੇ ਬਣ ਗਏ, ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਤੇ ਭਰੋਸਾ ਰੱਖਿਆ, ਉਹ ਕੱਟਣ ਨਹੀਂ ਆਉਂਦੇ। ਉਹ ਤਾਂ ਆਪ ਵੀ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ। ਉਹ ਆਪ ਤਰਦੇ ਨੇ, ਦੂਜਿਆਂ ਨੂੰ ਤਾਰਦੇ ਹਨ। ਆਪ ਤਰਦੇ ਨੇ, ਕੁਟੰਬ ਤਰਦਾ ਹੈ, ਦੂਜਿਆਂ ਨੂੰ ਸਿੱਖਿਆ ਦਿੰਦੇ ਹਨ। ਉਹ ਕੱਟਦੇ ਨਹੀਂ ਜ਼ਿੰਦਗੀ ਨੂੰ। ਜ਼ਿੰਦਗੀ ਕੱਟਣੀ ਉਹਨਾਂ ਲਈ ਹੈ ਜਿਹੜੇ ਥਾਨ ਵੀ ਹੋਣੇ ਹੋ ਜਾਂਦੇ ਨੇ। ਇਹ ਜਿਹੜੇ ਧਣੀ ਵੀ ਹੋਣੇ ਹਨ, ਧਣੀ ਵੀ ਹੋਣਾ ਪਾਠ ਪਡੰਬਰ ਭਾਵੇਂ ਛੇਤੀ ਜਾਲੇ ਅੱਗ ਵਿੱਚ ਪਾ ਕੇ ਕਹਿੰਦੇ ਉਹਨੂੰ ਸਾੜ ਦਿੱਤਾ ਜਾਂਦਾ ਹੈ। ਵੀ ਧਣੀ ਵੀ ਹੋਣਾ ਹੈ, ਜਿਹੜੇ ਮਾਲਕ ਤੋਂ ਸਖਣੇ ਹਨ, ਉਹਨਾਂ ਨੂੰ ਟਿਕਾਣਾ ਕੋਈ ਨਹੀਂ। ਧਣੀ ਵੀ ਹੋਣਾ ਪਾਠ ਪਟੰਬਰ, ਭਾਵੇਂ ਰੇਸ਼ਮੀ ਕੱਪੜੇ ਵੀ ਪਾਏ ਹੋਣ, ਉਹਨਾਂ ਨੇ ਰੇਸ਼ਮੀ ਕੱਪੜੇ ਵੀ ਪਾਏ ਹੋਣ। ਤੇ ਗੁਰੂ ਪਾਤਸ਼ਾਹ ਕਹਿੰਦੇ ਕਿੰਨੇ, ਕਹਿੰਦੇ ਨੇ ਇਹੋ ਜਿਹੇ ਮਨੁੱਖ ਜਿਹੜੇ ਮਾਲਕ ਤੋਂ ਸਖਣੇ ਨੇ, ਜਿਹਨੂੰ ਟਿਕਾਣਾ ਨਹੀਂ ਮਿਲਿਆ, ਇਹ ਤਾਂ ਇਵੇਂ ਨੇ ਜਿਵੇਂ ਹਰ ਵੇਲੇ ਅੱਗ ਵਿੱਚ ਸੜਦੇ ਨੇ। ਧੂੜੀ ਵਿੱਚ ਲੰਦਰੀ ਸੋਹਾਂ ਨਾਨਕ ਤੈਸ਼ਾ ਨਾਲੇ। ਗੁਰੂ ਪਾਤਸ਼ਾਹ ਕਿੰਨੇ ਕਮਾਲ ਦੇ ਬੋਲ ਕਹਿੰਦੇ ਨੇ। ਕਹਿੰਦੇ ਨੇ ਰੱਤੇ ਸੋਈ ਜੇ ਮੁਖ ਨਾ ਮੜਨ ਜਿਨੀ ਸਿਆਤਾ ਸਾਈ। ਇਹ ਰੱਤੇ ਹੋਏ ਨੇ, ਪਰ ਦੂਜੇ ਪਾਸੇ ਝੜ ਝੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਵੀ ਜਿਨ੍ਹਾਂ ਨੂੰ ਟਿਕਾਣਾ ਨਹੀਂ ਮਿਲਿਆ, ਜਿਨ੍ਹਾਂ ਨੂੰ ਸਮਝ ਨਹੀਂ ਆਈ, ਜਿਨ੍ਹਾਂ ਮਾਇਆ ਦੀ ਖੇਡ ਖੇਡੀ। ਇੱਕ ਪਾਸੇ ਉਹ ਜਿਹੜੇ ਰੰਗੇ ਹੋਏ ਨੇ, ਜਿਹਨੇ ਪਛਾਣ ਲਿਆ, ਜੀਵਨ ਦਾ ਮਾਰਗ ਪਤਾ ਲੱਗ ਗਿਆ, ਜਿਨ੍ਹਾਂ ਨੂੰ ਟਿਕਾਣੇ ਦੀ ਸਮਝ ਆ ਗਈ। ਗੁਰੂ ਪਾਤਸ਼ਾਹ ਨੂੰ ਕਹਿੰਦੇ ਨੇ ਰੱਤੇ ਸੋਈ ਜੇ ਮੁਖ ਨਾ ਮੜਨ ਜਿਹਨੀ ਸਜਾਤਾ ਸਾਈਂ। ਸਾਈਂ ਨਾ ਸਾਧ, ਜਿਨ੍ਹਾਂ ਨੇ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਿਆ। ਬਾਕੀ ਝੜ ਝੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ, ਜਿਨ੍ਹਾਂ ਨੂੰ ਇਹ ਕਾਰ ਹੀ ਨਹੀਂ ਆਈ, ਪਤਾ ਹੀ ਨਾ ਲੱਗਾ, ਇਹ ਤਾਂ ਕੱਚੇ ਹਨ। ਤੇ ਸਤਿਗੁਰੂ ਜੀ ਕਹਿੰਦੇ ਕੱਚੜਿਆਂ ਨਾਲ ਸਾਂਝ ਨਾ ਬਣਾ, ਕੱਚੜਿਆਂ ਨਾਲ ਸਾਂਝ ਨਾ ਬਣਾ। ਇਹ ਤਾਂ ਉਹਨਾਂ ਨਾਲ ਤੋਂ ਜੋੜ ਜਿਹੜੇ ਸੱਚੇ ਨਾਲ ਰੰਗੇ ਹੋਏ ਨੇ। ਤੇ ਗੁਰੂ ਦਾ ਸ਼ਬਦ ਹੈ ਜਿਹੜਾ ਸਾਨੂੰ ਇਸ ਟਿਕਾਣਾ ਦਿਵਾਉਂਦਾ ਹੈ, ਜਿਹੜਾ ਥਿਰ ਗੁਰੂ ਮਾਲਕ ਦੇ ਚਰਨਾਂ ਵਿੱਚ ਲੈ ਕੇ ਜਾਂਦਾ ਹੈ। ਤੋ ਸਾਹਿਬ ਜੀ ਕਹਿੰਦੇ ਇਹ ਜਿਹੜਾ ਥਰ ਥਰ ਕੰਬਦਾ, ਭਾਵ ਉਹਨੂੰ ਕੋਈ ਟਿਕਾਣਾ ਨਹੀਂ ਮਿਲਦਾ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਆਉਂਦਾ ਹੈ, ਕਹਿੰਦੇ ਨੇ ਸਤਿਗੁਰ ਤੇ ਜੋ ਮੂੰਹ ਫੇਰੇ ਉਹ ਭ੍ਰਮ ਦੇ ਨਾ ਟਿਕਨ। ਕਿਆ ਕਮਾਲ ਦੇ ਬੋਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ। ਕਹਿੰਦੇ ਸਤਿਗੁਰ ਤੇ ਜੋ ਮੂੰਹ ਫੇਰੇ, ਜਿਹੜੇ ਸਤਿਗੁਰੂ ਨੂੰ ਜਿਨ੍ਹਾਂ ਨੂੰ ਟਿਕਾਣਾ ਹੀ ਨਹੀਂ ਲੱਗਾ, ਬੇਮੁਖ ਹੋ ਗਏ, ਉਹ ਕਹਿੰਦੇ ਭਟਕਦੇ ਹਨ। ਉਹ ਭਰਮ ਦੇ ਨਾ ਟਿਕਨ, ਫਿਰ ਧਰਤ ਅਸਮਾਨ ਨਾ ਝੱਲੀ ਵਿੱਚ ਵਿਸ਼ਟਾ ਪੈ ਚੰਨ। ਵਿਸ਼ਟਾ ਗੰਧ, ਵਿਸ਼ਟਾ ਗੰਦਗੀ ਵਿੱਚ, ਨਾ ਧਰਤੀ ਤੋਂ ਕੋਈ ਆਸਰਾ ਮਿਲਦਾ, ਨਾ ਅਸਮਾਨ ਤੋਂ ਕੋਈ ਆਸਰਾ। ਭਾਵ ਸੰਸਾਰ ਵਿੱਚ ਕੋਈ ਉਹਨਾਂ ਦਾ ਆਸਰਾ ਨਹੀਂ ਹੈ, ਕੋਈ ਉਹਨਾਂ ਦਾ ਟਿਕਾਣਾ ਦੇਣ ਵਾਲਾ ਨਹੀਂ, ਕੋਈ ਉਹਨਾਂ ਨੂੰ ਸ਼ਾਂਤ ਕਰਨ ਵਾਲਾ ਨਹੀਂ, ਕੋਈ ਠੰਡ ਪਾਉਣ ਵਾਲਾ ਨਹੀਂ। ਇਸ ਕਰਕੇ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖ। ਗੁਰੂ ਪਾਤਸ਼ਾਹ ਕਹਿੰਦੇ ਇਹ ਜਗ ਭਰਮ ਭੁਲਾਇਆ ਮੋਠ ਗੋਲੀ ਪਾਏ। ਜਿਨ੍ਹਾਂ ਸਤਿਗੁਰ ਭੇਟਿਆ ਤਿਨਾਂ ਨੇੜ ਨਾ ਪਿੱਟੇ ਮਾਏ। ਵੀ ਜਿਨ੍ਹਾਂ ਨੇ
सतगुरु नाल मिलाप कर लिया। ये जग तां भुलेखे विच है, कंबदा कौन है? ये जग भरम भुलाया, मोह ठगोली पाए। जिहड़ी माया दी ठग बुटी, पिछले बचन नाल ला के पढ़िए पिछली पौड़ी दे, जिहड़े तरवर काया रूपी के शरीर विच मन रूपी पंखी जिन्हां दा उडारियां मारदा है। ये तो जग भरम भुलिया भुलेखे च पै गया, मोह दी ठग बूटी च पै गया। पर जिन्हां दे नेड़े जिहड़े गुरु दे नाल मिलदे हन, उन्हां दे नेड़े ये माया नहीं आउंदी, उन्हां नूं ये फाही नहीं पैंदी। ये गुरु पातशाह कहंदे ने ये जिंदगी ये जीवन उस गोपाल दा नाम मन दी पट्टी ते लिखण लई है। इस वास्ते हे पांडे गोपाल दा नाम मन दी पट्टी ते लिख। परमेश्वर नूं भुला के तेरे मन विच टोए टिब्बे बन जाते हैं, बने हुए हैं। परमेश्वर नूं भुला के कदी हंकार दीआं टीसियां ते चढ़े जाता है, कदी मनुख चिंता दी खड्ड विच डूंगा डिग जाता है, कदी हंकार दीआं टीसियां ते चढ़दा है, क्योंकि टिकाणा कोई नहीं, उन्होंने टिकाणा मिलिया नहीं। तो साहब जी कहते भी पांडे परमेश्वर नूं भुला के मनुख मन दे मनुखी मन टोए टिब्बिया विच पिया रहिंदा है, हर वेले टोए टिब्बे बने रहिंदे हैं, हर वेले इन्हां विच फस के ही अपना जीवन जीउंदा है। ये टोए टिब्बिया विच फस के जीवन जिउंदा है, पर ये टोए टिब्बिया करके शांति चैन सुख इहदे नेड़े नहीं आउंदा, आ ही नहीं सकदा। मनुख हर वेले इन्हां विच फस के अपना मन विच बड़े हुए टोए टिब्बां दे करके हमेशा दुखां दी नदी विच रुढ़िया रहिंदा है, दुखां दी नदी विच ही, चिंता दी नदी विच ही हर वेले उहदे च रुढ़िया रहिंदा है। ते इहदा जीवन दा हर दिन ही इस तरह ही बतीत हुंदा है। कोई ऐसी घड़ी भी नहीं, ऐसा पल भी नहीं मिलता जिथे किते नूं कोई शांति मिली होवे। इहदा हर चीज हर इस तरह की जिंदगी भी जिथे दिन भी चिंता च बीतदी, उत्थे रात भी सूलां च बीतदी है, रात भी सूलां चुभदियां ने। लो ऐसी कहंदे ने कमाल दी गल है। गुरु भी बार बार पुकार करके सुचेत करता, ओए भोलियो, ओए बच जाओ, बच जाओ, इस माया की फाही तो बच जाओ। गुरु तो बार बार कहता है टोया टिब्बिया च ना डिगो, हंकार दियां टीसियां ते ना चढ़ो, चिंता की अग विच इन्ना ना डिग जाओ, इन्ना ना सड़ी जाओ, नहीं तो की होएगा। तुहाडा ये जीवन का बेड़ा इस जी नदी विच रुड़ जाएगा, संसार की नदी विच रुड़ जाएगा। क्या कमाल दे बोल शेख फरीद जी लिखते ने, फरीदा दुखा सेती दे गया, सूला सेती रात। दुखा सेती दे गया, थर थर कंपे, सारा दिन दुखा च बीतता है, सारा दिन दुखा च बीतता है, ते सूला विच रात बीतती है। दुखा सेती दे गया, सूला सेती रात। फरीदा दुखा सेती दे गया, सूला सेती रात। खड़ा पुकारे पातनी, बेड़ा कपर बात। गुरु आवाजां देई जांदा, गुरु आवाजां देई जांदा, सुनदा कौन है? माया के मोह विच डुबिया होया मनुख किते सुनदा गल है? सुनदा ही नहीं। माया के मोह च फसिया मनुख गल ही नहीं सुनदा, गुरु की सुनन नूं तैयार नहीं। लो ये तो वेलियां दा काम है, लोकी हर वेले बाणी पढ़ी जाओ, नाम जपी जाओ, ये तो इहो गल्लां करदे ने। कहते मैं बड़ी दुनिया देखी है, गल्लां करने वाले बहुत ने। शेख फरीद जी कहते गल्लां करने वाले बहुत ने, पर जदों मैं सचमुच इस निगाह नाल वेखदा तो कोई भी मैं नजर नहीं आता इहो जिहा जिहड़ा इस पाई तो बचदा होवे। तो विरला भागां वाला ही है, और उन्हां दा जीवन धुखदा ही रहिंदा, धुखदा ही रहिंदा अंदर। जिवें गिल्ला गोहा ਉਹਨੂੰ ਅੱਗ ਲਾ ਦਿਓ ਤੇ ਧੁਖਦਾ ਧੂਆਂ ਹੀ ਧੂਆਂ ਕਰਦਾ, ਬਲਦਾ ਤਾਂ ਹੈ ਨਹੀਂ। ਇਦਾਂ ਇਹਨਾਂ ਦੇ ਜੀਵਨ ਵਿੱਚ ਹਰ ਵੇਲੇ ਉਹ ਧੂਆਂ ਮਚਿਆ ਰਹਿੰਦਾ ਹੈ। ਕਿਆ ਕਮਾਲ ਦੀ ਗੱਲਾਂ ਸ਼ੇਖ ਫਰੀਦ ਜੀ ਸਮਝਾਉਂਦੇ ਹਨ। ਫਰੀਦਾ ਗੱਲੀ ਸੋ ਸੱਜਣ ਵੀ ਇੱਕ ਢੁੰਦੀ ਢੁੰਦੀ ਨਾ ਲਹਾਂ,
ਢੁੱਖਾਂ ਜਿਉ ਮਾਲੀ ਕਾਰਨ ਤਿਨਾ ਮਾਪੇ। क्या सच्चे पातशाह, कितने बोल गुरु पातशाह ने सानू बार बार दृढ़ कराए। पर हुंदा की है, दुखी होने के बावजूद भी कहते ने कन्ना विच तां मैं बुझे दिते हुए ने, भाव कही कि कन्ना च रूं दिता ते सुनदा नहीं। बिल्कुल असीं कन्ना विच रूं दिता होया है, गुरु की गल सानू सुणदी नहीं, गुरु की गल सुनती नहीं, ये गल समझे नहीं आती। किन्ने हुलारे इस माया दे आउंदे ने, लंघी जाते ने, असीं सुनते ही नहीं भी असीं सचेत होना है, सचेत होना ही नहीं चाहते। देखो किन्ने 85 86 87 88 एक श्लोकां की लड़ी है, क्योंकि पिछे वीर MP ਸਿੰਘ जी ने जो श्लोकां की विचार की सी तो कमाल दी ये विचार मैनू उदों दी याद है, जिस करके ये प्रमाण मेरे दिमाग च बैठे बैठे आए। कितनी लड़ी दी उन्होंने, थर थर कंपे जीड़ा, यो ही है ना, क्योंकि थान कोई नहीं, टिकाणा कोई नहीं मिलिया। कहते मैं तो धुख रहा अंदरों, ये तन फरीदा ये तन भौंकना, नित नित दुखी है कौन, कन्नी बुझे दे रहा किती वगे पाउण। कन्ना ते बुझे ते समझ गुरु की गल कित्थों सुनेगी, ये नहीं गल बननी। तो गुरु नानक पातशाह कहन लगे, हे पांडे, मन की पट्टी ते गोपाल दा नाम लिखन तो बिना थर थर कंपे जीड़ा, थान विहूणा होए। क्यों कंबदा, क्योंकि सखना हो गया, टिकाणा कोई नहीं मिलिया, सखना हो गया। थान मान सच एक है, काज न फीटै कोई। सुन ये पांडे गल ख्याल ना सुन, पहली पंक्ति विच थान लफ्ज जिहड़ा है वो नन्ना मुक्ता लवाया, दूजी पंक्ति भी थान नन्ने नूं सिहारी नाल आया। हुण दोनां दे अर्थ फर्क हैं। पहली जिथे थान मुक्ता है उत्थे है टिकाणा, ते थान जिथे सिहारी नाल उत्थे टिकाणा देन वाला, आसरा देन वाला। अगे मान नूं सिहारी है, मान देन वाला, मान देन वाला। दोने लफ्ज गुरु पातशाह जी ने इस तरह इस्तेमाल किए हैं। हुण दोने पंक्तियां उचारण तक थान ही है, सिहारी नाल भी असीं थान उचारण करते हैं, नन्ना मुक्ता है तां भी थान असीं थान उचारण करते हैं, लेकिन दोनों के अर्थां विच फर्क है। समझण दी गल है, जिन्नी देर तक सानू समझ नहीं आउंदी ये चीज़ां दी, उन्नी देर तक सही अर्थ भी असीं गुरबाणी दे नहीं कर सकते। इसे वास्ते असीं हफ्ते का एक पीरियड गुरबाणी का व्याकरण का निजमां का लाउने आ, ताकि सानू ये निजम छोटे छोटे पता लग जा। इन्हां क्लासां विचों सिख के जिन्ने क समझ आई, पूरी समझ तो निजमां दी सानू भी नहीं आई, लेकिन जो कुछ समझ आया उहदे मुताबक ये थान सिहारी नाल है, थान दे देन वाला, मान देन वाला। थान मान सच एक है, हे पांडे, सहारा देन वाला, आदर देन वाला, टिकाणा देन वाला, सच सदा कायम रहने वाला एक परमेश्वर वो एक ही है, केवल वही है जो सहारा दिंदा है। ते जेड़ा उहदा सहारा लै लैंदा है, काज ना फीटै कोई, काज उहदी जिंदगी दा कारज, जिंदगी दा मनोरथ। किहड़ा काज, जिस करके संसार च आया। फीटे दा अर्थ हुंदा विगड़ जाना, फीटे दा अर्थ बिगड़ना। असीं कहने फिट गया, दुध फिट गया, फिट गया दा मतलब खराब हो गया। फीटे दा अर्थ है ना खराब ना होना। इत्थे फीटे ना फीटे कोई भी खराब नहीं हुंदा, बिगड़दा नहीं। किहनां दा, जिन्हां दा आसरा कौन बनदा, एक किहड़ा, सदा कायम रहने वाला परमेश्वर। तो हे सतगुरु कहंदे, हे पांडे देख, ये जिंद जिहड़ी है ये निखसमी जी होके जो हर वेले कंबदी है, हर वेले सहमी रहिंदी है,
हर वेले घबराई रहिंदी है। पर जिस नूं ਜਿਹੜਾ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖ ਲੈਂਦਾ ਹੈ, ਜਿਸ ਨੂੰ ਸਹਾਰਾ ਦੇਣ ਵਾਲਾ, ਆਦਰ ਦੇਣ ਵਾਲਾ, ਮਾਨ ਦੇਣ ਵਾਲਾ, ਟਿਕਾਣਾ ਦੇਣ ਵਾਲਾ ਪਰਮੇਸ਼ਰ ਮਿਲ ਜਾਂਦਾ ਹੈ। ਸੱਚਾ ਸੱਚ ਏਕ ਹੈ, ਉਹ ਇੱਕੋ ਹੀ ਹੈ, ਉਹ ਸਦਾ ਕਾਇਮ ਰਹਿਣ ਵਾਲਾ ਇੱਕੋ ਹੀ ਹੈ। ਫਿਰ ਕਹਿੰਦੇ ਨੇ ਕਾਜ ਨਾ ਫੀਟੇ ਕੋਈ, ਉਹਦੀ ਜ਼ਿੰਦਗੀ ਦਾ ਮਕਸਦ ਕਦੀ ਖਰਾਬ ਨਹੀਂ ਹੁੰਦਾ, ਵਿਗੜਦਾ ਨਹੀਂ। ਤੇ ਜ਼ਿੰਦਗੀ ਦਾ ਮਕਸਦ ਕੀ ਹੈ? ਇਸ ਛੋਟੀ ਜਿਹੀ ਜਿੰਦ ਨੂੰ ਪਰਮ ਜਿੰਦ ਵਿੱਚ ਲੀਨ ਕਰਨਾ, ਇਹ ਛੋਟੀ ਜਿਹੀ ਜਿੰਦ ਨੂੰ ਪਰਮ ਜਿੰਦ ਵਿੱਚ, ਪਰਮਾਤਮਾ ਵਿੱਚ ਲੀਨ ਕਰਨਾ, ਉਸ ਮੂਲ ਵਿੱਚ ਸਮਾਉਣਾ, ਜਿਹੜਾ ਮੂਲ ਜਿੱਥੋਂ ਅਸੀਂ ਜਨਮ ਲਿਆ, ਜਿਹਨੇ ਸਾਨੂੰ ਭੇਜਿਆ। ਇਹੋ ਹੀ ਸਾਡਾ ਮਨੋਰਥ ਸੀ। ਨਹੀਂ ਤਾਂ ਕਵਨ ਕਾਜ ਦੀ ਗੱਲ ਜਿਹੜੀ ਵੀ ਕਿਹੜੇ ਕਾਜ ਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ ਹੈ, ਬਾਕੀ ਕੰਮਾਂ ਦੀ ਵੈਲਿਊ ਕੋਈ ਨਹੀਂ। ਇਹ ਤਾਂ ਜੀਵਨ ਨਿਰਵਾਹ ਲਈ ਕੰਮ ਹਨ। ਅਸਲੀ ਮਕਸਦ, ਅਸਲੀ ਨਿਸ਼ਾਨਾ ਉਹ ਕਾਜ ਹੈ, ਉਹ ਕੰਮ ਹੈ ਜਿਹੜਾ ਕੰਮ ਸਾਡੇ ਨਾਲ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਬਾਕੀ ਕੀ ਹੈ? ਸਰੰਜਾਮ ਲਾਗ ਭਵਜਲ ਤਰਨ ਕੈ, ਨਹੀਂ ਤਾਂ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਨਹੀਂ ਤਾਂ ਬਿਰਥਾ ਚਲਾ ਜਾਏਗਾ, ਵਿਗੜ ਜਾਏਗਾ। तो इस करके सतगुरु कहते भई प्राप्त मानुख ते हुरिया, गोविंद मिलन की ये तेरी वरिया, अवर काज तेरा किते न काम, मिल साध संगत भज केवल नाम। ये है नाम, ये काज है। वो अपना काज समझ लेंदा है, जीवन का मनोरथ नूं समझ आ जाता है। किहड़ा काज है? भी मैं किस वास्ते संसार च आया। मैं खान लिए आया, मैं पहनन लिए आया, मैं सौन लिए आया, मैं औलाद पैदा करने लिए आया, मैं घर कोठियां बनाने लिए आया, मैं वड्डे पदार्थ इकट्ठे करने लिए आया। फिर अंदरों ही जवाब आ जाता है जो गुरु की शरण पैंदा, नहीं बई नहीं, ये तो तेरे वड्डे वडेरे भी करते चले गए। ये काम तो दुनिया का हर मनुख कर रहा है। तेरा काम है इस जोत नूं परम जोत विच लीन करना। तेरा काम है उस परमात्मा नाल अभेद होना। कहते ये फिर काम जिहड़ा है उन्हें समझ आ जाती है। फिर उन्हें समझ आ जाती है कि परमात्मा का दर छड्ड के होर कित्थे जाइए, वो संसार तो पार करने वाला है। उन्हें समझ आ जाती है डर कितनी देर सी, जिन्नी देर तक वो मेरे तो दूर है, पर जदों वो मेरे नेड़े आ गया मेरे कंबना भी बंद हो जाएगा, फिर बंदा भी माया की फाही भी छुट जाएगी। ये गल समझ आ गई। किहड़ी? जिहड़ी सुखमनी साहब विच गुरु अर्जन देव पातशाह कहंदे तिसते दूर कहाँ को जाए, उभरै राखन हार ध्याए। कहते उन्हें समझ आ गया। किहड़ी गल समझ आ गई? वो तो दूर क्यों जाइए बई? उभरै राखन हार ध्याए, तर गया, तर जाते हैं, रखन हार परमेश्वर नूं ध्याउंदे हन। फिर उन्हें समझै निरभो जपै, सगल भो मिटै, प्रभ किरपा ते प्राणी छुटै। देखो किन्ने सोहणे बचन गुरु पातशाह जी दे, किन्ने गुरु पातशाह कहते उन्हें पता छुटना कितना है। उन्हें समझ आ जाती है जिस पर अब राखे तिस नाही दुख, नाम जपत मन होवत सूख, चिंता जाए मिटे अहंकार। ਕੰਮ ਦਾ ਕਦ ਨਾਲ ਸੀ? ਚਿੰਤਾ ਨਾਲ। ਟੋਏ ਟਿੱਬਿਆਂ ਚ ਪਿਆ ਹੋਇਆ ਸੀ ਹੰਕਾਰ ਦੇ। ਇੱਕ ਚਿੰਤਾ ਹੈ ਟੋਆ, ਟਿੱਬਾ ਹੈ ਉੱਚਾ ਥਾਂ ਸੀ ਹੰਕਾਰ। ਫਿਰ ਸਾਹਿਬ ਕਹਿੰਦੇ ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ। ਤੇ ਫਿਰ ਕਹਿੰਦੇ ਸਿਰ ਉੱਪਰ ਠਾਂਡਾ ਗੁਰ ਸੂਰਾ, ਨਾਨਕ ਤਾਂ ਕਿ ਕਾਰਜ ਪੂਰਾ। ਉਹਦੇ ਕਾਰਜ ਪੂਰੇ ਹੋ ਗਏ, ਉਹਦੇ ਕੋਈ ਰੁਕਾਵਟ ਨਾ ਆਈ। तो साहब जी कह लगे हे पांडे, जिहड़े गोपाल का नाम मन की पट्टी ते लिखते हैं वो संसार भगजल तो पार हो जाते हैं। उन्होंने टिकाणा मिल जाता है। जिन्होंने टिकाणा मिल गया वो फिर दर छड्ड के किसी होर दर ते नहीं जाते। तो साहब जी कहते थर थर कंपे जीड़ा, थान बिहूना होए, थान मान सच एक है, काज ना फीटै कोई, थिर नारायण थिर गुरु,
ਧਿਰ ਸਾਚਾ ਵਿਚਾਰ। ਸੁਰ ਨਰ ਨਾਥੈ ਨਾਥ ਤੂੰ, ਵੇਦਾਰਾ ਆਧਾਰ। ਥਿਰ ਨਾਰਾਇਣ, ਥਿਰ ਸਦਾ ਕਾਇਮ ਰਹਿਣ ਵਾਲਾ, ਅਟਲ, ਜਿਹੜਾ ਕਦੀ ਖਤਮ ਨਹੀਂ ਹੁੰਦਾ। ਥਿਰ ਨਾਰਾਇਣ। ਇਹ ਪਾਂਡੇ, ਜ਼ਿੰਦਗੀ ਦਾ ਮਨੋਰਥ ਕਦੀ ਨਹੀਂ ਵਿਗੜਦਾ ਜੇ ਗੁਰੂ ਸਿਰ ਉੱਤੇ ਕਾਇਮ ਹੋ ਜਾਏ, ਗੁਰੂ ਵਾਲਾ ਬਣ ਜਾਵੇ। ਜਿਸ ਦੇ ਸਿਰ ਉੱਤੇ ਥਿਰ ਨਾਰਾਇਣ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਦਾ ਆਸਰਾ ਹੈ, ਪ੍ਰਭੂ ਕਾਇਮ ਹੈ, ਤੇ ਜਿਹਦਾ ਗੁਰੂ ਰਾਖਾ ਹੈ, ਜਿਹਦਾ ਰਾਖਾ ਗੁਰੂ ਬਣ ਗਿਆ। ਇਹ ਤਾਂ ਵਾੜ ਹੈ, ਗੁਰੂ ਰਾਖਾ ਬਣ ਗਿਆ, ਸਾਡੀ ਰਾਖੀ ਗੁਰੂ ਕਰ ਰਿਹਾ। ਜੀਵਨ ਦੀ ਡੋਰ ਗੁਰੂ ਦੇ ਹੱਥ ਫੜਾਈਏ ਤੇ ਗੁਰੂ ਸਾਡਾ ਰਾਖਾ ਬਣਦਾ ਹੈ। ਉੱਥੇ ਵੀ ਰੱਖਦਾ ਜਿੱਥੇ ਕੋਈ ਬਚਾ ਨਹੀਂ ਸਕਦਾ, ਉੱਥੇ ਵੀ ਰੱਖਦਾ ਹੈ ਗੁਰੂ, ਉੱਥੋਂ ਵੀ ਬਚਾਉਂਦਾ ਹੈ। ਤਾਂ ਸਾਹਿਬ ਜੀ ਕਹਿੰਦੇ ਗੁਰੂ ਰਾਖਾ ਹੈ। ਫਿਰ ਗੁਰ ਥਿਰ ਨਾਰਾਇਣ, ਥਿਰ ਗੁਰੂ, ਥਿਰ ਸਾਚਾ ਵਿਚਾਰ। ਥਿਰ ਸਾਚਾ, ਸਾਚਾ ਦਾ ਸਦਾ ਕਾਇਮ ਰਹਿਣ, ਵਿਚਾਰ ਗੁਣਾ ਦੀ ਵਿਚਾਰ। ਤੇਰੇ ਗੁਣਾ ਦੀ ਵਿਚਾਰ ਕਿਹਦੇ, ਜਿਹੜੇ ਸਥਿਰ ਗੁਰੂ ਨਾਲ ਸਾਂਝ ਪਾਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਟਿਕ ਜਾਂਦੀ ਹੈ। ਜਿਹੜੇ ਸਾਂਝ ਕਿਹਦੇ ਨਾਲ ਪਾਉਂਦੇ ਨੇ? ਨਾਰਾਇਣ ਨਾਲ। ਕਿਹਦੇ ਨਾਲ? ਗੁਰੂ ਨਾਲ। ਗੁਰੂ ਪਰਮੇਸ਼ਰ, ਕੋਈ ਫਰਕ ਨਹੀਂ। ਗੁਰੂ ਸਾਹਿਬ ਜੀ ਇੱਥੇ ਗੱਲ ਸਮਝਾਉਂਦੇ ਨੇ, ਕਹਿੰਦੇ ਉਹਨੂੰ ਸਮਝ ਆ ਗਈ, ਸਦਾ ਕਾਇਮ ਰਹਿਣ ਵਾਲਾ ਮੇਰੇ ਸਿਰ ਤੇ ਉੱਪਰ ਹੈ। ਸਿਰੇ ਸਦਾ ਕਾਇਮ ਰਹਿਣ ਵਾਲਾ ਗੁਰੂ ਦਾ ਹੱਥ ਮੇਰੇ ਉੱਤੇ ਹੈ, ਗੁਰੂ ਬਖਸ਼ਿਸ਼ ਦਾ ਹੱਥ ਮੇਰੇ ਤੇ ਰੱਖ ਕੇ ਬੈਠਾ। ਤੇ ਫਿਰ ਉਹਨਾਂ ਦੇ ਹਿਰਦੇ 'ਚ ਕੀ ਹੈ? ਗੁਰੂ ਤੇਰੇ ਗੁਣਾ ਦੀ ਵਿਚਾਰ, ਤੇਰੇ ਗੁਣਾ ਦੀ ਵਿਚਾਰ ਉਹਨਾਂ ਦੇ ਹਿਰਦੇ ਟਿਕ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲੀ। ਨਾ ਤੇਰੇ ਗੁਣਾ ਦੀ ਵਿਚਾਰ ਖਤਮ ਹੁੰਦੀ ਹੈ, ਨਾ ਨਾਸ਼ ਹੋ ਸਕਦੀ ਹੈ। ਦੁਨੀਆ ਦੇ ਹੋਰ ਪਦਾਰਥ ਨਾਸ਼ਵਾਨ ਹਨ, ਪਰ ਹੇ ਵਾਹਿਗੁਰੂ ਜੀ, ਨਾ ਇਹ ਚੋਰ ਚੋਰੀ ਕਰਕੇ ਲਿਜਾਵੇ, ਨਾ ਅੱਗ ਨੂੰ ਸਾੜ ਸਕੇ, ਨਾ ਕੋਈ ਠੱਗ ਠੱਗੀ ਮਾਰ ਕੇ ਲਿਜਾਵੇ, ਨਾ ਡਾਕੂ ਡਾਕਾ ਮਾਰ ਕੇ ਲਿਜਾਵੇ। ਤੇਰੇ ਗੁਣ ਕਦੀ ਵੀ ਕੋਈ ਲਿਜਾ ਨਹੀਂ ਸਕਦਾ। ਇਹ ਸਦਾ ਕਾਇਮ ਰਹਿਣ ਵਾਲੇ ਤੇਰੇ ਗੁਣਾਂ ਦੀ ਵਿਚਾਰ ਹੈ। ਫਿਰ ਸੁਰ ਨਰ ਨਾਥੇ ਨਾਥ ਤੂੰ, ਨਿਧਾਰਾ ਆਧਾਰ। ਹੇ ਵਾਹਿਗੁਰੂ, ਐਸੇ ਮਨੁੱਖ ਲਈ ਦੇਵਤਿਆਂ, ਮਨੁੱਖਾਂ ਤੇ ਨਾਥਾਂ ਦਾ ਨਾਥ ਵੀ ਤੂੰ ਆਪ ਹੀ ਹੈ। ਉਹਨੂੰ ਸਮਝ ਆ ਗਈ। ਸੁਰ ਦੇਵਤੇ, ਨਾਥਾਂ ਨਾਥ, ਨਾਥਾਂ ਦਾ ਵੀ ਖਸਮ, ਨਾਥਾਂ ਦਾ ਵੀ ਖਾਸ, ਮਾਲਕਾਂ ਦਾ ਵੀ ਮਾਲਕ। ਸਮਝ ਆ ਗਈ। ਤੋ ਇੱਥੇ ਉਚਾਰਨ ਦੇ ਪੱਖ ਤੋਂ ਫਿਰ ਮੈਂ ਬੇਨਤੀ ਕਰਦਿਆਂ, ਦੋ ਰਾਵਾਂ ਅੱਜ ਦੇ ਮਾਡਰਨ ਸਮੇਂ ਦੇ ਵਿੱਚ ਹਨ। ਕੁਝ ਇਹਨੂੰ ਨਾਥਾਂ ਨਾਲ ਹੀ ਸਿੱਧਾ ਉਚਾਰਨ ਕਰਦੇ ਆ, ਵੀ ਥੱਥੇ ਨੂੰ ਕੰਨਾ ਲਾ ਕੇ ਤੇ ਉਹਨੂੰ ਉੱਤੇ ਬਿੰਦੀ ਲਾ ਕੇ। ਤੇ ਜਿਹੜੇ ਪਹਿਲੀਆਂ ਸਾਨੂੰ ਦਰਪਣ ਜਾਂ ਹੋਰ ਵਿਚਾਰਧਾਰਾ ਮਿਲਦੀਆਂ ਨੇ, ਉੱਥੇ ਨਾਥਾਂ ਹਾਹਾ ਜਿੰਨਾ ਥੋੜਾ ਬੁਲਾ ਕੇ ਉਚਾਰਨ ਕੀਤਾ ਜਾਂਦਾ। ਇਹਦੇ ਤੇ ਅਜੇ ਹੋਰ ਖੋਜ ਦੀ ਲੋੜ ਹੈ। ਜਿਵੇਂ ਜਿਵੇਂ ਨਵੀਨਤਮ ਖੋਜਾਂ ਹੋ ਰਹੀਆਂ ਹਨ, ਇਹਦੇ ਉਚਾਰਨ ਦਾ ਜਿਹੜਾ ਹੈ ਪੱਖ ਪਿੱਛੇ ਵੀ ਅਸੀਂ ਵਿਚਾਰ ਕੀਤੀ ਹੈ ਕਿ ਕੁਝ ਸ਼ਬਦ ਹਾਹੇ ਦੇ ਜਿਹੜੇ ਪਿਛਲੇ ਹਨ, ਉਹਨਾਂ ਦੇ ਉਚਾਰਨ ਪੱਖ ਤੋਂ ਕੁਝ ਵਿਚਾਰ ਪਰ ਜਿਹੜੇ ਨਵੇਂ ਖੋਜ ਕਰਨ ਵਾਲੇ ਸਹਿਮਤ ਨਹੀਂ। ਉਹ ਕਹਿੰਦੇ ਕੰਨਾਂ ਲੱਗ ਕੇ ਬਿੰਦੀ ਲੱਗ ਕੇ ਉਚਾਰਨ ਹੋਏਗਾ। ਪਰ ਜੋ ਸਾਨੂੰ, ਜਿੰਨਾ ਕਿ ਸਾਨੂੰ ਸਮਝ ਆਈ ਜਾਂ ਸਾਨੂੰ ਪੜ੍ਹਾਇਆ ਗਿਆ, ਉਹਦੇ ਮੁਤਾਬਕ ਇਹ ਨਾਥ ਹੈ, ਮਤਲਬ ਹਾਹਾ ਜਿਵੇਂ ਇਸ ਤਰ੍ਹਾਂ ਹੀ ਉਚਾਰਨ ਜਿਹੜਾ ਹਲਕਾ ਹੁੰਦਾ ਹੈ। ਸੁਰ ਨਰ ਨਾਥ ਨਾਥ ਤੂੰ, ਨਿਧਾਰਾ ਆਧਾਰ। ਤੂੰ ਤਾਂ ਨਿਆਸਰਿਆਂ ਦਾ ਆਸਰਾ ਹੈ। ਹੇ ਮਾਲਕ ਜੀ, ਤੂੰ ਤਾਂ ਨਿਰਧਨ ਨੂੰ ਵੀ ਧਨ ਦਿੰਦਾ ਹੈ। ਤੇਰੇ ਨਾਮ ਜਪਣ ਨਾਲ ਤਾਂ ਸਾਰੇ ਪਾਪ ਕੱਟੇ ਜਾਂਦੇ ਹਨ। ਤੇਰਾ ਨਾਮ ਜਪਣ ਨਾਲ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਤੂੰ ਤਾਂ ਆਪਣੇ ਭਗਤ ਜਨਾਂ ਨੂੰ ਆਪਣਾ ਨਾਮ ਦੇ ਕੇ
ਉਹਨਾਂ ਨੂੰ ਸਦਾ ਲਈ ਅਟਲ ਬਣਾ ਦਿੰਦਾ ਹੈ। ਤੇਰੀ ਸੇਵਾ ਜੇ ਫਿਰ ਉਹ ਤੇਰੀ ਸੇਵਾ ਵਿੱਚ ਲੱਗਦੇ ਹਨ, ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਤੇਰੀ ਸੇਵਾ ਹੀ ਸਦਾ ਕਾਇਮ ਰਹਿਣ ਵਾਲੀ ਹੈ ਔਰ ਤੇਰੇ ਦਰ ਤੋਂ ਕੋਈ ਖਾਲੀ ਵੀ ਨਹੀਂ ਜਾਂਦਾ। ਤੂੰ ਸਭ ਨੂੰ ਦਾਨ ਦੇਣ ਵਾਲਾ ਹੈ। ਤੂੰ ਤਾਂ ਰੋਗੀਆਂ ਦੇ ਰੋਗ ਕੱਢ ਦਿੰਦਾ, ਦੁਖੀਆਂ ਦੇ ਦੁੱਖ ਮੇੜ ਦਿੰਦਾ, ਨਿਥਾਵੇਂ ਨੂੰ ਥਾਂ ਬਖਸ਼ ਦਿੰਦਾ, ਨਿਧਾਰਿਆਂ ਦਾ ਧਾਰ ਹੈ ਤੂੰ। ਤੂੰ ਤਾਂ ਹਰ ਵੇਲੇ ਹਰ ਟਾਈਮ ਹਰ ਸਮੇਂ ਉਹਨਾਂ ਦਾ ਸਹਾਰਾ ਹੈ। ਸਤਿਗੁਰੂ ਜੀ ਬਚਨ ਕਰਦੇ, ਕਹਿੰਦੇ ਨਿਰਧਨ ਕੋ ਤੁਮ ਦੇਵੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ। ਨਿਰਧਨ ਕੋ ਤੁਮ ਦੇਵੋ ਧਨਾ। हे ਮੇਰੇ ਮਾਲਕ, हे परमात्मा, हे परमेश्वर, ਤੂੰ ਤਾਂ ਸਾਰਿਆਂ ਦਾ ਆਸਰਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦਾ ਭੈਰੋਂ ਦਾਸ ਦਾ ਬਚਨ 1146 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿੰਦੇ ਨੇ, हे ਮੇਰੇ ਮਾਲਕ, ਤੂੰ ਤਾਂ ਸਭ ਦਾ ਆਸਰਾ ਹੈ ਔਰ ਤੂੰ ਇੱਕ ਖਿਣ ਵਿੱਚ ਪਾਪ ਕੱਟ ਕੇ ਮਨ ਨਿਰਮਲ ਕਰ ਦਿੰਦਾ, ਪਵਿੱਤਰ ਕਰ ਦਿੰਦਾ। ਅਨਕ ਪਾਪ ਜਾਹੇ ਨਿਰਮਲ ਮਨਾ। ਤੇਰੇ ਨਾਮ ਜਪਣ ਦੇ ਨਾਲ ਇਹ ਸਾਰੇ ਪਾਪ ਦੂਰ ਹੋ ਜਾਂਦੇ ਨੇ। ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕੋ ਦੇਵੋ ਨਾਮ। ਭਗਤਾਂ ਨੂੰ ਦਿੰਦਾ ਹੈ, ਤੇ ਭਗਤ ਇੱਕ ਲਫ਼ਜ਼ ਸਿੰਗਲ ਨਹੀਂ ਹੈ, ਪਲੂਰਲ ਹੈ, ਕਿਉਂਕਿ ਇੱਥੇ ਭਗਤ ਕੋਈ ਔਂਕੜ ਨਾਲ ਨਹੀਂ ਹੈ। ਆਪਣੇ ਭਗਤਾਂ ਨੂੰ ਦਿੰਦਾ ਹੈ, ਜਿਹੜਾ ਵੀ ਤੇਰੀ ਬੰਦਗੀ ਕਰਦਾ ਹੈ। ਸਫਲ ਸੇਵਾ ਗੋਪਾਲ ਰਾਏ, ਤੇਰੀ ਸੇਵਾ ਵੀ ਸਫਲ ਹੈ। ਕਰਨ ਕਰਾਵਨ ਹਾਰ ਸੁਆਮੀ, ਤਾਂ ਤੇ ਬਿਰਥਾ ਕੋਏ ਨਾ ਜਾਏ। ਫਿਰ ਕਹਿੰਦੇ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀ ਕਾ ਮਿਟਾਵੋ ਪ੍ਰਭ ਸੋਗ। हे ਮਾਲਕ ਜੀ, ਨਿਥਾਵੇਂ ਕੋ ਤੁਮ ਥਾਨ ਬਿਠਾਵੋ। ਤੂੰ ਤਾਂ ਨਿਥਾਵਿਆਂ ਨੂੰ ਥਾਂ ਦੇ ਦਿੰਦਾ। ਦਾਸ ਆਪਣੇ ਕੋ ਭਗਤੀ ਲਾਓ, ਔਰ ਆਪਾਂ ਨੂੰ ਭਗਤੀ ਦਾਤ ਵੀ ਤੂੰ ਦਿੰਦਾ ਹੈ। ਫਿਰ ਨਿਮਾਣੇ ਕੋ ਪ੍ਰਭ ਦੇ ਤੋ ਮਾਨ। ਤੂੰ ਤਾਂ ਨਿਮਾਣਿਆਂ ਨੂੰ ਮਾਨ ਦੇ ਦਿੰਦਾ ਤੇ ਮੂੜ ਮੁਗਧ ਹੋਏ ਚਤੁਰ ਸੁਗਿਆਨ, ਸਿਆਣੇ ਬਣਾ ਦਿੰਦਾ। ਜਿਹੜੇ ਮੂਰਖ ਸਨ ਉਹਨਾਂ ਨੂੰ ਸਿਆਣੇ ਕਰ ਦਿੰਦਾ। ਸਗਲ ਭਿਆਨ ਕਾ ਭਉ ਨਸੇ, ਜਨ ਆਪਣੇ ਕੈ ਹਰ ਮਨ ਵਸੈ। ਜਿੱਥੇ ਤੇਰਾ ਵਾਸਾ ਹੋ ਜਾਏ ਉੱਥੇ ਇੰਨੇ ਗੁਣ ਆ ਜਾਂਦੇ ਹਨ, ਇੰਨਾ ਕੁਛ ਆ ਜਾਂਦਾ ਹੈ। ਤੋ ਸਾਹਿਬ ਜੀ ਕਹਿੰਦੇ, हे ਮਾਲਕਾ, ਤੂੰ ਤਾਂ ਨਿਆਸਰਿਆਂ ਦਾ ਆਸਰਾ ਹੈ, ਤੂੰ ਨਿਧਾਰਿਆਂ ਦੀ ਧਿਰ ਹੈ, ਤੂੰ ਸਾਰਿਆਂ ਨੂੰ ਟਿਕਾਣਾ ਦੇਣ ਵਾਲਾ ਹੈ, ਥਾਂ ਦੇਣ ਵਾਲਾ ਹੈ। ਫਿਰ ਸਰਬੇ ਥਾਨ ਥਨੰਤਰੀ, ਤੂੰ ਦਾਤਾ ਦਾਤਾਰ। ਜਹ ਦੇਖਾ ਤਹ ਏਕ ਤੂੰ, ਅੰਤ ਨ ਪਾਰਾਵਾਰ। ਥਾਨ ਥਨੰਤਰੀ, ਹਰ ਥਾਂ ਤੇ। ਥਾਨ ਅੰਤਰ, ਪਰ ਹਰ ਥਾਂ ਦੇ ਵਿੱਚ। ਥਾਨ ਥਨੰਤਰੀ ਦਾ ਅਰਥ ਹੈ ਹਰ ਥਾਂ ਦੇ ਵਿੱਚ, ਸਰਬੈ ਸਾਰੇ, ਹਰ ਥਾਂ। ਥਾਨ ਥਨੰਤਰੀ, ਹਰ ਥਾਂ ਦੇ ਵਿੱਚ। ਤੂੰ ਦਾਤਾ ਦਾਤਾਰ, ਦਾਤਾਰ ਦਾਤਾਂ ਦੇਣ ਵਾਲਾ, ਦਾਤਾ ਮਾਲਕ ਹਰ ਥਾਂ ਤੇ। हे ਗੋਪਾਲ, ਤੂੰ ਹਰ ਥਾਂ ਮੌਜੂਦ ਹੈ, ਹਰ ਥਾਂ ਵਸਿਆ ਹੋਇਆ ਹੈ। ਤੂੰ ਦਾਤਿਆਂ ਦਾ ਦਾਤਾ ਹੈ, ਤੂੰ ਦਾਤਿਆਂ ਦਾ ਦਾਤਾ ਹੈ। ਤੂੰ ਦਾਤਾ ਦਾਤਾਰ, ਤੂੰ ਦਾਤਿਆਂ ਦਾ ਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਉਹੀ ਹੈ ਨਾ, ਕੌਣ ਉਹਦੇ ਗੁਣ ਕਹਿ ਸਕਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿ ਨਹੀਂ ਲਈਆ। ਕੌਣ ਤੇਰੇ ਅੰਤ ਕਹਿ ਸਕਦਾ। ਤੂੰ ਇੰਨੀਆਂ ਦਾਤਾਂ ਦੇ ਰਿਹਾ ਹੈ, ਇੰਨਾ ਕੁਝ ਕਰਨ ਵਾਲਾ ਹੈ, ਇੰਨਾ ਕੁਝ ਕਰਨ ਵਾਲਾ ਹੈ। ਤੂੰ ਠਾकुर ਹੈ, ਮਾਲਕ ਹੈ, ਦਾਤਾ ਹੈ, ਪ੍ਰਤਪਾਲਕ ਹੈ, ਖਸਮ ਹੈ, ਵੱਡਾ ਹੈ।
किन्ने गुण गुरु महाराज सच्चे पातशाह एक पंक्ति भी दसदे ने, कहते तू तो एक निमख निमख अख झमकन समय तो घट समय हर वेले तेरे तू ही पालना करी जाना है। तू है, तू पालनहार है, तू दतार है, तू जिथे जाना तू है हर थां ते। तू तो सो अंतर सो बाहर अनंत, घट घट व्याप रहा भगवंत। तू उथे भी है, तरन माहे आकाश प्याल, सर्वलोक पूर्ण प्रतपाल। बांतिन पर्वत है पार ब्रह्म, जैसी आज्ञा तैसा कर्म। पौन पानी बे संतर माए, चार कुण दा दिसे समाए। तिसते भिन नहीं को ठाओ, फिर कहते गुर प्रसाद नानक सुख पाओ। सुखमणी साहब की बाणी विच है, साहब जी के पावन अंक 293 ते, तू तो हर थां ते थां निरंतर रविया होया है। तू किथे नहीं है, हर थां ते है, जिथे देखदा उथे तू है। केड़ा जै देखा ता एक तू, अंत ना पारावार। पारावार हुंदा उरला परला किनारा। हे वाहिगुरु जी, मैं तो जिधर वेखदा हां तू ही तू है। तेरा अंत तेरा उरला परला बन्ना नहीं लभ्या जा सकता। उस गोपाल का उरला परला किनारा नहीं दसिया जा सकता। वो गिनतियां मिनतियां विच नहीं आउंदा, ओहदा साइज नहीं है, आकार नहीं है। तेरा उरला बन्ना तू इन्ना वड्डा है, इन्ना वड्डा है, ਉਹਦਾ अंदाजा लाना मुश्किल है। बस यही है, जै देखा ता एक तू, जह जै पेखूं तै हजूर। दूर कतहू ना जाई, रव रहा सर्वत्र में मन सदा ध्याई। कहते ईत ऊत नहीं विछुड़े, सो संगी गणिए। वो तो किते दूर जाता ही नहीं। मैं तो जिथे देखता हाँ वो है, दूर जावा भी किथे, कदी जाता ही नहीं वो दूर। जह जै पेखूं तै हजूर, दूर कत हो ना जाए। रव रहा सर्वत्र में मन सदा ध्याई। ईत ऊत नहीं विछड़े, सो संगी गणिए। कहते बिन सजाए जो निमख में, सो अलप सुख पढ़िया। फिर कहते पातशाह प्रत पाले, अपयाओ दे कछ ऊन ना होई। सास सास संभालता मेरा प्रभ सोई। मेरा प्रभु है, सास सास संभालता है, हर थां ते संभालता है। ये तो है जै जै पेखा एक तै एक तू, अंत ना पारावार। तेरे कौन अंत कह सकता है। जिथे भी देखदा उथे तू है, हर थां ते तू वसिया होया है। हे मेरे मालिका, तू तो थान थनंतर रव रहा, गुर शब्दी विचार। थान थनंतर हर थां ते, हर थां ते रव रहा व्यापक है। रव रहा दा अर्थ हुंदा व्यापक, वसिया होया। गुर शब्दी विचार। लो हुण सतगुरु कहंदे पांडे, पर यह गल समझ कदों आउंदी है, जदों गुरु जी शब्द दी विचार विच जुड़ जाइए। गुरु शब्द दी विचार विच जुड़ जाइए। ये गल समझ कदों आउंदी है, किहड़ी थां थनंतर रव रहा भी तू हर थां ते वसिया होया है, हर थां ते है, थां थनंतर तू है। पर यह गल समझ कदों आउंदी है, शब्द दी विचार विच जुड़िया हर थां गोपाल गोपाल दिसदा है। शब्द दी विचार विच जुड़िया फिर समझ आ जाती है। तू जल थल महील भरपूर, सब ऊपर साच धनी। हर थां ते है, जिन जपिया हर मन चीत, हर जप जप मुक्त घनी। जिन्हें जपिया उन्होंने समझ आती है। तू थान थनंतर हर एको एक रविया। बांतिन बांतरिन त्रिभवन सब शिष्ट, मुख हर हर नाम चविया। जदों मुंह तो बोलिया ना नाम, फिर पता लग गया
बन तिन हर तिनका, हर बन जंगल जंगल, घर हर थां ते तू है, हर थां ते तू है। थां थनंतर रब रिया, गुर शब्दी विचार। कहते मैं तो जदों देखिया ना मालका, तू हर थां ते तेरा तेरा ही मैनू ठिकाना दिसिया। मैं तो जंगलों में देखिया, उत्थे भी तू। मैं तो हर तिन तिन विच देखिया, तिनके तिनके भी देखिया, उत्थे भी तू। तिन्ना भवनां विच देखिया, वो तेरे बनाए हुए ने। ये सारा जगत भी मैनू तेरा नजर आया। तू आप सदा कायम रहने वाला है, तेरे बराबर कोई ताकत है ही नहीं। पर समझ कदों आई? जो शब्द की विचार अंदर आई। तू दाता है, बाकी जाचक मंगते हैं, ये भी समझ कदों आई? गुरु शब्द की विचार नाल। नहीं तो असी दाते बन के बैठ जाते हैं। फिर मालका दस, तेरा दर छड़ के मैं किथे जावां? तू तो अन मंगिया दान दिना है, मंगण की लोड़ नहीं। अन मंगिया दान देव सी, वड्डा अगम अगम अपार, जिथे तक पहुंच नहीं हो सकती। अपार वड्डा बेअंत। हे मालका, हे पांडे देख, जदों गोपाल दिसदा ना, फिर की है? ना मंगिया भी वो दान दिंदा है, हरेक जीव नूं दिंदा है। ते सब तो वड्डा वो अगम ते बेअंत है, अपार बेअंत है। वो बेअंत है, सब तो वड्डा। वो मालिक सब तो वड्डा है। गुरु नानक पातशाह जी कहते ने, बई मैं देखिया हो बन बनो देख रही, जंगल जंगल विच देखिया हो बन बनो देख रही, तृण देख सबाया राम। तिनके तिनके विच वेखिया, तिनके तिनके विच देखिया, फिर त्रै भवनो तुझे किया, सब जगत सबाया राम। तिन्ने भवन तेरे बनाए हुए हैं, सब कुछ तेरा कीता है। तेरा सब किया, तू थिर थिया, तुझ समान को नाही। तेरे बराबर को है कोई भी नहीं। तू दाता सह सब जाचक तेरे, तुद बिन किस सलाही। दस, तेरा दर छड़ के किथे जावां? तू है अन मंगिया दान दीजे दाते, तेरी भगत भरे भंडारा। तेरे तो खजाने भरे पे हैं भगती दे। राम नाम बिन मुक्त ना होई, नानक कहे विचारा। नानक ये विचार की गल कहता कि वाहिगुरु के नाम तो बिना माया के बंधन नहीं टुटते, खलासी नहीं होनी। तो हे पांडे, गोपाल का नाम मन की पट्टी ते लिख, क्योंकि गोपाल का नाम मन की पट्टी ते लिखिया ही ये मन पंखी इस शरीर दे भी तरवर दे उत्ते टिक जाएगा। मन जड़ा टिक जाएगा। कदों टिकेगा? जो गोपाल का नाम मन की पट्टी ते लिखेगा। तो हे वांडे, गोपाल का नाम मन की पट्टी ते लिख, ते गोपाल का नाम मन की पट्टी ते लिखण दे नाल ये जीड़ा जिहड़ा थर थर कंबदा है, क्योंकि थान भी होना है, सखना है, निखसमा है। जिहदा खसम कोई नहीं ना, वो तो छुट्टे तिल बुआड़ जो ही है, सुंजे अंदर खेत वर्गा है। पर जे एक दा हो जाइए, जिहड़ा सारियां दा मालक है, सारियां नूं दातां देण वाला है, ਉਹਦਾ फिर जिंदगी चो सह मुक जाता है। तो सतगुरु जी कहते परमात्मा का आसरा छड्ड के ये जिद सहमी रहिंदी है, डरी रहिंदी है। जो मनुख बाणी विच जुड़ के जीवन विच बाणी नूं ढालदा है, उस नूं ये विश्वास हो जाता है कि परमात्मा ऐसा दाता है जो नाम मंगिया होया भी हरेक जीव नूं रिजक दिंदा है। प्रभु की बंदगी ही जीवन का असल काज है, प्रभु की बंदगी ही जीवन का असल निशाना है। ये गल उहनूं समझ आउंदी है जिहड़ा वाहिगुरू के नाम में जुड़ जाता है। तो सतगुरु जी ने अज की इस पावन पौड़ी विच सानूं इहो विचार दृढ़ कराई है कि होर आसरे छड्ड के
ਇੱਕ ਪਰਮਪਿਤਾ ਪਰਮੇਸ਼ਰ ਦੇ ਆਸਰੇ ਨਾਲ ਜੁੜੀਏ, ਜੇ ਉਹਦੇ ਪ੍ਰੇਮ ਵਿੱਚ ਜੁੜੀਏ ਤਾਂ ਫਿਰ ਉਹ ਪਰਮਾਤਮਾ ਸਾਡੇ ਸਿਰ ਦੇ ਉੱਤੇ ਆਪ ਹੱਥ ਰੱਖਦਾ ਹੈ, ਸਾਡੇ ਸਿਰ ਤੇ ਆਪ ਹੱਥ ਰੱਖਦਾ ਹੈ, ਆਪ ਸਾਡਾ ਨਾਲ ਹੈ। तो सतगुरु पातशाह जी ने अज इस 34वीं पौड़ी में जो विचार सानू दिते हैं वो यही विचार है कि परमेश्वर ते गुरु ये सच्चे सदा कायम रहने वाले हैं ते ओदे नाम की दात भी सदा कायम रहने वाली है। गुरबाणी विच कई जगह ते ये गल्लां सानू समझाइयां गईयां हैं कि निचल एक नारायणो हर अगम अगाधा, ओदा नाम ही है जो सदा कायम रहने वाला है। ते प्रभु की वडियाई दस के सतगुरु जी कहते हैं कि अंतरजामी जदों ओहदे हो जाइए वो फिर बिना मंगण तो ही सानू दातां दिंदा है, साडियां चीज झोलियां भरदा रहिंदा है। होइयां भुलां दी खिमा जी, प्यार सत फतेह बुलाओ। वाहिगुरू जी का खालसा, वाहिगुरू जी की फतेह।